ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਪਾਵਨ ਉਪਦੇਸ਼ ਬਖਸ਼ ਰਹੇ ਹਨ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੰਸਾਰ ਨੂੰ ਤਾਰਦੇ ਹੋਏ ਗੁਰੂ ਸਾਹਿਬ ਜੀ ਭਾਈ ਲਾਲੋ ਜੀ ਦੇ ਘਰ ਏਮਨਾਬਾਦ ਪਹੁੰਚੇ, ਜਿਸ ਨੂੰ ਪਹਿਲਾਂ ਸੈਦਪੁਰ ਸੰਡਿਆਲੀ ਕਹਿੰਦੇ ਸਨ। ਸ਼ੇਰ ਸ਼ਾਹ ਸੂਰੀ ਨੇ ਇਸ ਨੂੰ ਤਬਾਹ ਕਰਕੇ ਨਵੀਂ ਆਬਾਦੀ ਦਾ ਨਾਮ ਸ਼ੇਰਗੜ੍ਹ ਰੱਖਿਆ। ਫਿਰ ਅਕਬਰ ਦੇ ਅਹਿਲਕਾਰ ਮੁਹੰਮਦ ਅਮੀਨ ਨੇ ਸ਼ੇਰਗੜ੍ਹ ਦਾ ਨਾਮ ਬਦਲ ਕੇ ਏਮਨਾਬਾਦ ਰੱਖਿਆ। ਉਸ ਸਮੇਂ ਇਹ ਇੱਕ ਵੱਡਾ ਕਿਲ੍ਹਾ ਸੀ। ਪਠਾਣੀ ਰਾਜ ਦਾ ਬੜਾ ਭਾਰੀ ਅੱਡਾ ਸੀ। ਲਾਹੌਰ ਦੇ ਅਟਕ ਦੇ ਵਿਚਕਾਰ ਇਹ ਇੱਕ ਆਪਣੀ ਵਿਸ਼ੇਸ਼ਤਾ ਰੱਖਦਾ ਸੀ। ਜਦੋਂ 1578 ਬਿਕਰਮੀ ਸੰਮਤ 1521 ਈਸਵੀ ਨੂੰ ਬਾਬਰ ਨੇ ਹਮਲਾ ਕੀਤਾ ਤੇ ਹਨੇਰੀ ਦੀ ਤਰ੍ਹਾਂ ਚੜ੍ਹ ਕੇ ਆਇਆ। ਇੱਥੋਂ ਦੇ ਲੋਕਾਂ ਨੇ ਸੁਣਿਆ ਤਾਂ ਜੋ ਹਿੰਦੂ ਮੱਤ ਦੇ ਲੋਕ ਸਨ, ਸਰਕਾਰੀ ਅਹੁਦਿਆਂ 'ਤੇ ਨੌਕਰੀ ਕਰਦੇ ਸਨ, ਉਹ ਚਾਹੁੰਦੇ ਸਨ ਕਿ ਬਾਬਰ ਦੀ ਹਨੇਰੀ ਅੱਗੇ ਸਿਰ ਝੁਕਾ ਦਿੱਤਾ ਜਾਵੇ। ਇਸ ਪ੍ਰਕਾਰ ਇਹ ਬਲਾ ਨੂੰ ਟਾਲ ਦੇਣਾ ਚਾਹੁੰਦਾ ਹੈ। ਪਰ ਜੰਤਰਾਂ ਮੰਤਰਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਪੀਰ ਫਕੀਰ, ਜਿਨ੍ਹਾਂ ਦਾ ਇੱਥੇ ਬਹੁਤ ਭਾਰੀ ਅੱਡਾ ਸੀ, ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬਾਬਰ ਤੇ ਉਸ ਦੇ ਹਾਕਮਾਂ ਨੂੰ ਮੰਤਰਾਂ ਨਾਲ ਅੰਨਾ ਕਰ ਦੇਵਾਂਗੇ ਅਤੇ ਫੂਕਾ ਮਾਰ ਕੇ ਉਡਾ ਦੇਵਾਂਗੇ। ਉਧਰ ਪਠਾਨ ਸੂਰਮੇ ਬਾਹੂਬਲ ਤੇ ਵਿਸ਼ਵਾਸ ਰੱਖਣ ਵਾਲੇ, ਉਹਨਾਂ ਨੇ ਕਿਹਾ ਕਿ ਅਸੀਂ ਬਾਬਰ ਨੂੰ ਤੀਰਾਂ ਨਾਲ ਵਿੰਨ੍ਹ ਦਿਆਂਗੇ। ਇਸ ਤਰ੍ਹਾਂ ਵੱਖਰੀਆਂ ਸਲਾਹਾਂ ਕਰਦਿਆਂ ਬਾਬਰ ਸਿਰ 'ਤੇ ਆਣ ਚੜ੍ਹਿਆ। ਸ਼ਹਿਰ ਦੇ ਹਿੰਦੂ ਅਤੇ ਹਾਕਮਾਂ ਨੂੰ ਇਹ ਡਰ ਸੀ ਕਿ ਬਾਬਰ ਦੇ ਜਾਣ ਮਗਰੋਂ ਸ਼ਹਿਰ ਦਾ ਨਵਾਬ ਅਤੇ ਖਾਨ ਸਾਨੂੰ ਮਾਰ ਦੇਵੇਗਾ। ਇਸ ਤੋਂ ਬਿਹਤਰ ਹੈ ਕਿ ਅਸੀਂ ਬਹਾਦਰੀ ਦਿਖਾਈਏ ਤੇ ਅੰਤ ਨੂੰ ਅਸੀਂ ਬਾਬਰ ਦੀਆਂ ਫੌਜਾਂ ਨੂੰ ਜਿੱਤ ਲਵਾਂਗੇ, ਕਿਉਂਕਿ ਉਹਨਾਂ ਦੀ ਗਿਣਤੀ ਘੱਟ ਹੈ ਤੇ ਸਾਡੀ ਗਿਣਤੀ ਵੱਧ ਹੈ। ਪਰੰਤੂ ਇਹਨਾਂ ਨੂੰ ਇਹ ਨਹੀਂ ਪਤਾ ਕਿ ਬਾਬਰ ਇੱਕ ਨਵੀਂ ਬਲਾ ਬੰਦੂਕ ਦੇ ਰੂਪ ਵਿੱਚ ਲੈ ਕੇ ਆ ਰਿਹਾ, ਜਿਸ ਦਾ ਪਹਿਲਾਂ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਸੀ, ਜਿਸ ਨੂੰ ਉਦੋਂ ਤੁਬਕ ਕਹਿੰਦੇ ਸਨ। ਇਹ ਇੱਕ ਨਵਾਂ ਹਥਿਆਰ ਸੀ। ਹਿੰਦ ਦੇ ਪਠਾਣਾਂ ਕੋਲ ਤੀਰ ਸਨ ਜਾਂ ਲੜਨ ਲਈ ਘੋੜਸਵਾਰ ਨੇਜੇਬਾਜ਼ ਹਾਥੀ ਅਤੇ ਰੱਥਾਂ ਨਾਲ ਜੰਗ ਕਰਨ ਵਾਲੀਆਂ ਫੌਜਾਂ ਸਨ। ਸੋ ਸੈਦਪੁਰ ਦੇ ਪਠਾਣਾਂ ਨੇ ਕਿਲ੍ਹੇ ਦੇ ਦਰ ਬੰਦ ਕਰ ਲਏ ਤੇ ਬਾਬਰ ਨੂੰ ਰਸਦ ਪਾਣੀ ਦੇਣ ਤੋਂ ਨਾਂਹ ਕਰ ਦਿੱਤੀ। ਸਿਪਾਹੀ ਤੀਰ ਕਮਾਨਾਂ ਲੈ ਕੇ ਕਿਲ੍ਹੇ ਦੇ ਮੋਰਚਿਆਂ ਵਿੱਚ ਚੜ੍ਹ ਗਏ। ਕਾਜੀ ਮੁੱਲਾ ਮਸੀਤਾਂ ਵਿੱਚ ਦੁਆਵਾਂ ਦੇਣ ਲਈ ਬੈਠ ਗਏ। ਹਿੰਦੂ ਪੰਡਤ ਜੰਤਰ ਮੰਤਰ ਪੜ੍ਹਨ ਲੱਗ ਪਏ। ਪਠਾਣਾਂ ਨੂੰ ਇਹ ਵਿਸ਼ਵਾਸ ਸੀ ਕਿ ਸਾਡੇ ਪੀਰ ਕਲਮਾ ਪੜ੍ਹ ਕੇ ਬਾਬਰ ਦੀਆਂ ਤੁਬਕਾਂ ਤੇ ਤੋਪਾਂ ਦੇ ਮੂੰਹ ਬੰਦ ਕਰ ਦੇਣਗੇ ਅਤੇ ਉਸ ਦੀਆਂ ਫੌਜਾਂ ਨੂੰ ਅੰਨ੍ਹਿਆਂ ਕਰ ਦੇਣਗੇ। ਉਧਰ ਬਾਬਰ ਨੇ ਅਵਾਨ ਪਿੰਡ ਵਿੱਚ ਆਣ ਕੇ ਆਪਣਾ ਡੇਰਾ ਕੀਤਾ ਅਤੇ ਆਪਣੀ ਫੌਜ ਨੂੰ ਹੁਕਮ ਕਰਕੇ ਸੈਦਪੁਰ 'ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਤੇ ਕਿਲ੍ਹੇ ਨੂੰ ਢਾਹ ਕੇ ਅੰਦਰ ਦਾਖਲ ਹੋ ਗਿਆ। ਜਿਹੜੇ ਪਠਾਨ ਅੱਗੇ ਵੱਧ ਕੇ ਬਾਬਰ ਦੀਆਂ ਫੌਜਾਂ ਨਾਲ ਲੜਦੇ, ਉਹ ਮਾਰੇ ਜਾਂਦੇ। ਉਹਨਾਂ ਦੇ ਤੀਰ ਨੇਜੇ ਆਦਿ ਕੰਮ ਨਾ ਆਏ। ਬਾਬਰ ਨੇ ਬਹੁਤ ਕਤਲੇਆਮ ਕੀਤੀ, ਆਪਣੇ ਜ਼ੁਲਮ ਤੇ ਅਤਿਆਚਾਰ ਦਾ ਸਿੱਕਾ ਜਮਾ ਦਿੱਤਾ। ਆਸ-ਪਾਸ ਦੇ ਪਿੰਡਾਂ ਵਿੱਚ ਵੀ ਲੁੱਟ ਮਾਰ ਕੀਤੀ। ਹਿੰਦੂ ਪਠਾਨ ਮੁਸਲਮਾਨ ਆਦਿ ਸਾਰੇ ਉੱਚੇ ਨੀਵਿਆਂ ਨੂੰ ਰੱਸਿਆਂ ਨਾਲ ਬੰਨ੍ਹ ਲਿਆ। ਹਿੰਦੂ ਤੇ ਮੁਸਲਮਾਨਾਂ ਦੀਆਂ ਔਰਤਾਂ ਨੂੰ ਪਰਦੇ ਤੋਂ ਰਹਿਤ ਕਰਕੇ ਵਾਲਾਂ ਤੋਂ ਫੜ ਕੇ ਬਾਜ਼ਾਰਾਂ ਵਿੱਚ ਧੂ ਲਿਆਏ ਤੇ ਉਹਨਾਂ ਦੇ ਮੂੰਹ ਵਿੱਚ ਸੁਆਹ ਪਾ ਕੇ ਕੁੱਟ ਕੇ ਘਰਾਂ ਵਿੱਚ ਦੱਬੇ ਗਹਿਣੇ ਆਦਿ ਧਨ ਆਦਿ ਕਢਵਾਏ। ਔਰਤਾਂ ਦੀ ਬੇਪਤੀ ਹੋਈ। ਮਾਰਨ ਵਾਲਿਆਂ ਨੇ ਬਾਲ, ਬੁੱਢਾ ਜਾਂ ਔਰਤ ਆਦਿ ਕਿਸੇ 'ਤੇ ਵੀ ਤਰਸ ਨਾ ਖਾਧਾ। ਅਮੀਰਾਂ ਦੇ ਪੁੱਤਰ, ਰਈਸ, ਨਵਾਬਜ਼ਾਦੇ ਸਭ ਰੁਲਾਏ ਗਏ। ਮੁਸਲਮਾਨਾਂ ਦਾ ਵੀ ਧਰਮੀ ਪੱਖ ਕੋਈ ਨਾ ਹੋਇਆ। ਸਿਰਫ ਉਹੀ ਬਚੇ
ਜਿਹੜੇ ਭੋਰਿਆਂ ਜਾਂ ਤੂੜੀਆਂ ਦੇ ਕੋਠਿਆਂ ਵਿੱਚ ਲੁਕ ਕੇ ਬੈਠੇ ਰਹੇ। ਤੇ ਬਾਬਰ ਦੇ ਕਾਤਲਾਂ ਨੇ ਲੱਖਾਂ ਹਜ਼ਾਰਾਂ ਦੇ ਗਹਿਣੇ, ਕੱਪੜੇ, ਸੋਨਾ, ਚਾਂਦੀ ਆਦਿ ਇਹ ਲੁੱਟ ਲਿਆ ਤੇ ਔਰਤਾਂ ਨੂੰ ਬੰਨ੍ਹ ਕੇ ਤੁਰ ਪਏ। ਲੁੱਟ ਦਾ ਮਾਲ ਢੋਣ ਲਈ ਕਤਲ ਹੋਣੋਂ ਬਚੇ ਕੈਦੀਆਂ ਦੇ ਸਿਰਾਂ ਤੇ ਭਾਰ ਢੋਆਇਆ। ਖਾਨਜ਼ਾਦੀਆਂ, ਭਰਵਾਣੀਆਂ, ਫੱਟੇ ਕੱਪੜੇ ਭਾਵ ਜ਼ਖਮਾਂ ਤੋਂ ਖੂਨ ਸਿੰਮਦਾ, ਸੁਆਹ ਨਾਲ ਭਰੀਆਂ ਬੇਹੁਰਮਤ ਹੋਈਆਂ ਰੱਸਿਆਂ ਨਾਲ ਬਾਹਾਂ ਬੰਨੀਆਂ ਫੜੀਆਂ ਲਿਜਾਈਆਂ ਜਾ ਰਹੀਆਂ ਸਨ। ਇਸ ਹਮਲੇ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਇਸੇ ਸ਼ਹਿਰ ਵਿੱਚ ਹੋਣੇ ਕਰਕੇ ਉਹਨਾਂ ਕੈਦੀਆਂ ਵਿੱਚ ਆਪ ਵੀ ਕੈਦੀ ਹੋਏ। ਇੱਕ ਬੋਝਾ ਗੁਰੂ ਸਾਹਿਬ ਜੀ ਦੇ ਸਿਰ ਉੱਪਰ ਰੱਖਿਆ ਗਿਆ, ਜੋ ਸਿਰ ਉੱਪਰ ਨਾ ਟਿਕਿਆ, ਸਿਰ ਤੋਂ ਉੱਪਰ ਹੀ ਰਿਹਾ। ਸਤਿਗੁਰੂ ਜੀ ਨੇ ਸਾਰੀ ਹਾਲਤ ਨੂੰ ਆਪਣੇ ਨੇਤਰਾਂ ਨਾਲ ਤੱਕ ਕੇ ਇਹ ਵੈਰਾਗਮਈ ਪਾਵਨ ਸ਼ਬਦ ਪਾਵਨ ਅੰਗ 417 ਤੇ ਸਤਿਗੁਰੂ ਜੀ ਫਰਮਾਉਂਦੇ ਹਨ, ਮੰਗਲ ਕਰਦੇ ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ। ਜਿਨ੍ਹਾਂ ਪਠਾਣੀਆਂ ਇਸਤਰੀਆਂ ਦੇ ਸਿਰਾਂ ਉੱਤੇ ਮੀਡੀਆਂ ਸ਼ੋਭਦੀਆਂ ਸਨ ਤੇ ਸਿਰ ਦੇ ਵਿਚਾਲੇ ਮੰਗੀ ਮਾਂਗ ਭਾਵ ਚੀਰਨੀਆਂ ਵਿੱਚ ਸੰਧੂਰ ਸੁਹਾਗ ਦੀ ਨਿਸ਼ਾਨੀ ਪਾਇਆ ਹੁੰਦਾ ਸੀ। ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਧੂੜ। ਸੇ ਕਹੀਏ ਉਹ ਸਿਰ ਹੁਣ ਹੀਰੇ ਮੋਤੀਆਂ ਦੇ ਗਹਿਣੇ ਉਤਾਰਨ ਲਈ ਕਾਤੀ ਕੈਂਚੀਆਂ ਨਾਲ ਮੁੰਨੇ ਜਾ ਰਹੇ। ਉਹ ਕੱਟੇ ਹੋਏ ਕੇਸ ਗਲੇ ਵਿੱਚ ਆ ਪੈਂਦੇ ਤੇ ਮੂੰਹ ਉੱਪਰ ਧੂੜ ਖੇ ਪਾਉਂਦੇ ਹਨ। ਉਹਨਾਂ ਇਸਤਰੀਆਂ ਕੋਲੋਂ ਘਰ ਵਿੱਚ ਲੁਕੋਏ ਹੋਏ ਧਨ ਨੂੰ ਲੈਣ ਵਾਸਤੇ ਉਹਨਾਂ ਦੇ ਮੂੰਹ ਤੇ ਸੁਆਹ ਮਿੱਟੀ ਦੇ ਬੁੱਕ ਭਰ ਕੇ ਪਾਉਂਦੇ, ਜੋ ਉਹਨਾਂ ਦੇ ਗਲ ਵਿੱਚ ਆ ਜਾਂਦੀ ਹੈ। ਮਹਿਲਾ ਅੰਦਰ ਹੋਦੀਆ ਹੁਣ ਬਹਿਣ ਨ ਮਿਲਨ ਹਦੂਰ। ਜੋ ਪਹਿਲਾਂ ਆਪਣੇ ਮਹਿਲਾਂ ਮਾੜੀਆਂ ਮੰਦਰਾਂ ਦੇ ਵਿੱਚ ਨਵਾਬਣਾ ਹੋ ਕੇ ਵਸਦੀਆਂ ਹੁੰਦੀਆਂ ਰਹਿੰਦੀਆਂ ਸਨ, ਹੁਣ ਉਹਨਾਂ ਨੂੰ ਆਪਣੇ ਮਹਿਲਾਂ ਪਤੀਆਂ ਤੇ ਹਦੂਰ ਨੇੜੇ ਬੈਠਣਾ ਵੀ ਨਹੀਂ ਮਿਲਦਾ। ਆਦੇਸ ਬਾਬਾ ਆਦੇਸ। ਹੇ ਬਾਬਾ ਪਿਤਾ ਸਰੂਪ ਪਰਮੇਸ਼ਰ ਅਕਾਲ ਪੁਰਖ ਜੀ, ਤੁਹਾਨੂੰ ਆਦੇਸ ਨਮਸਕਾਰ ਹੈ, ਆਦੇਸ ਨਮਸਕਾਰ ਹੈ। ਤੁਸੀਂ ਦੇਸ ਕਾਲ ਵਸਤੂ ਤੋਂ ਆ ਰਹਿਤ ਹੋ ਅਤੇ ਆਦੇਸ ਸਾਰਿਆਂ ਦੇਸ਼ਾਂ ਵਿੱਚ ਆਏ ਹੋਏ ਹੋ। ਤੁਹਾਡੇ ਤਾਈਂ ਸਾਡੀ ਨਮਸਕਾਰ ਹੈ। ਆਦਿ ਪੁਰਖ ਤੇਰਾ ਅੰਤ ਨ ਪਾਇਆ, ਕਰ ਕਰ ਦੇਖਹਿ ਵੇਸ ਰਹਾਉ। ਹੇ ਜਗਤ ਦੇ ਆਦਿ ਮੁੱਢ ਰੂਪ ਤੇ ਸਾਰਿਆਂ ਵਿੱਚ ਪੁਰਖ ਪੂਰਨ ਪਰਮੇਸ਼ਵਰ ਵਾਹਿਗੁਰੂ, ਤੁਹਾਡਾ ਕਿਸੇ ਨੇ ਵੀ ਅੰਤ ਅਖੀਰ ਨਹੀਂ ਪਾਉਣਾ ਕੀਤਾ। ਤੁਸੀਂ ਹੀ ਅਨੇਕਾਂ ਭੇਸਾਂ ਨੂੰ ਕਰ ਕਰਕੇ ਵੇਖ ਰਹੇ ਹੋ। ਰਹਾਉ। ਜਦੋ ਸੀਆ ਵਿਆਹੀਆ ਲਾੜੇ ਸੋਹਨ ਪਾਸ। ਹਾਂ, ਜਿਸ ਵੇਲੇ ਇਹ ਸੁੰਦਰ ਇਸਤਰੀਆਂ ਪਠਾਣੀਆਂ ਵਿਆਹ ਕੇ ਲਿਆਂਦੀਆਂ ਸਨ, ਉਦੋਂ ਇਹਨਾਂ ਦੇ ਲਾੜੇ ਪਤੀ ਪਾਸ ਕਹੀਏ ਨਾਲ ਬੈਠੇ ਸ਼ੋਭ ਰਹੇ ਸਨ। ਹੀ ਡੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ। ਇਹ ਇਸਤਰੀਆਂ ਉਹਨਾਂ ਹੀ ਡੋਲੀ ਪਾਲਕੀਆਂ ਵਿੱਚ ਚੜ੍ਹ ਕੇ ਸਹੁਰੇ ਘਰ ਆਈਆਂ ਸਨ, ਜਿਨ੍ਹਾਂ ਨੂੰ ਦੰਦ ਖੰਡ ਹਾਥੀ ਦੰਦ ਦੇ ਟੁਕੜਿਆਂ ਨਾਲ ਰਾਸ ਸਜਾਉਣਾ ਕੀਤਾ ਸੀ, ਜਿਨ੍ਹਾਂ ਨੇ ਹਾਥੀ ਦੰਦਾਂ ਦੇ ਚੂੜੇ ਬਣਾਉਣਾ ਕੀਤੇ ਸਨ। ਉੱਪਰੋਂ ਪਾਣੀ ਵਾਰੀਐ ਝੱਲੇ ਚਿਮਕਨ ਪਾਸ। ਡੋਲੀਆਂ ਵਿੱਚੋਂ ਨਿਕਲਦੀਆਂ ਦੇ ਸੱਸਾਂ ਆਪਣੇ ਨੂੰਹ ਪੁੱਤ ਉੱਤੋਂ ਪਾਣੀ ਵਾਰਦੀਆਂ ਸਨ ਤੇ ਪਾਸ ਕੋਲ ਸ਼ੀਸ਼ਿਆਂ ਨਾਲ ਜੜਾਊ ਝੱਲੇ ਕੀਏ ਪੱਖੇ ਚਿਮਕਣ ਚਮਕਦੇ ਸਨ। 1 ਲੱਖ ਲਹਿਨ ਬੈਠੀਆ ਲੱਖ ਲਹਿਨ ਖੜੀਆ। ਉਹ ਅਮੀਰ ਘਰਾਂ ਦੀਆਂ ਔਰਤਾਂ ਇਤਨੀਆਂ ਚਲਾਕ ਸਨ, ਜੋ ਬੈਠੀਆਂ ਹੀ ਆਪਣੇ ਦੇਵਰਾਂ ਪਾਸੋਂ 1 ਲੱਖ ਰੁਪਈਆ ਝੋਲੀ ਪਵਾ ਲੈਂਦੀਆਂ ਤੇ ਖੜੀਆਂ ਖਲੋ ਕੇ ਜੇਠਾਂ ਪਾਸੋਂ 1 ਲੱਖ ਰੁਪਈਏ ਲੈ ਲੈਂਦੀਆਂ ਸਨ। 1 ਲੱਖ ਇਸਤਰੀਆਂ ਬੈਠੀਆਂ ਹੋਈਆਂ ਨੂੰ ਲੱਖ ਜਾਣ ਲੈਂਦੀਆਂ ਸਨ ਤੇ ਲੱਖਾਂ ਹੀ ਖੜੀਆਂ ਨੂੰ ਵੇਖ ਕੇ ਪਰਖ ਲੈਂਦੀਆਂ ਸਨ ਕਿ ਇਸ ਦੇ ਚਾਲ ਚੱਲਣ ਕਿਹੋ ਜਿਹੇ ਹਨ।
ਚਲਾਕ ਹੈ ਜਾਂ ਭਲੀ ਮਾਨਸ ਹੈ ਇਤਿਆਦ। ਗਰੀ ਸੁਹਾਰੇ ਖਾਂਦੀਆਂ ਮਾਣਨ ਸੇਜੜੀਆ। ਜੋ ਗਰੀ ਗਿਰੀਆਂ ਤੇ ਸੁਹਾਰੇ ਆਦਿ ਮੇਵੇ ਆਪਣੇ ਪਤੀਆਂ ਪਾਸੋਂ ਲੈ ਲੈ ਕੇ ਖਾਣਾ ਕਰਦੀਆਂ ਸਨ ਅਤੇ ਸੇਜੜੀਆ ਸੇਜਾਂ ਦੇ ਸੁੱਖ ਨੂੰ ਮਾਣਦੀਆਂ ਸਨ। ਤਿੰਨ ਗਲ ਸਿਲਕਾ ਪਾਈਆ ਟੁੱਟਨ ਮੋਤ ਸਰੀਆ। ਹੁਣ ਉਹਨਾਂ ਦੇ ਗਲਿਆਂ ਵਿੱਚ ਮੁਗਲਾਂ ਨੇ ਸਿਲਕਾ ਰੱਸੀਆਂ ਭਾਵ ਫਾਹੀਆਂ ਪਾਈਆਂ ਹੋਈਆਂ ਹਨ ਅਤੇ ਜੋ ਗਲਾਂ ਵਿੱਚ ਮੋਤ ਸਰੀਆ ਮੋਤੀਆਂ ਦੀਆਂ ਲੜੀਆਂ ਪਾਈਆਂ ਹੋਈਆਂ ਸਨ ਉਹ ਟੁੱਟ ਪੈਂਦੀਆਂ ਸਨ। ਧਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ। ਉਹ ਧਨ ਦੌਲਤ ਤੇ ਜੋਬਨ ਜਵਾਨੀ ਦੋਵੇਂ ਹੀ ਹੁਣ ਵੈਰੀ ਦੁਸ਼ਮਣ ਹੋ ਗਏ, ਜਿਨ੍ਹਾਂ ਵਿੱਚ ਪਹਿਲਾਂ ਰੰਗ ਪ੍ਰੇਮ ਲਾ ਕੇ ਰੱਖਿਆ ਹੋਇਆ ਸੀ, ਭਾਵ ਜਵਾਨੀ ਵੇਲੇ ਧਨ ਦੇ ਹੰਕਾਰ ਕਰਕੇ ਰੰਗ ਰਲੀਆਂ ਮਾਣਦੀਆਂ ਸਨ। ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ। ਉਸ ਵੇਲੇ ਬਾਬਰ ਨੇ ਆਪਣੇ ਸਿਪਾਹੀਆਂ ਨੂੰ ਦੂਤਾਂ ਨੂੰ ਰੰਗ ਰੱਤੀਆਂ ਤਾਈਂ ਫੜ ਕੇ ਲਿਆਉਣ ਦਾ ਹੁਕਮ ਕੀਤਾ। ਤਾਂ ਉਹ ਸਿਪਾਹੀ ਇਹਨਾਂ ਦੀ ਪਤ ਇੱਜ਼ਤ ਗਵਾ ਕੇ ਆਪਣੇ ਨਾਲ ਲੈ ਤੁਰੇ। ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ। ਹੁਣ ਜੇਕਰ ਉਸ ਬਾਬਰ ਨੂੰ ਭਾਉਂਦਾ ਹੋਵੇ ਤਾਂ ਭਾਵੇਂ ਇਹਨਾਂ ਨੂੰ ਆਪਣੀਆਂ ਬੇਗਮਾਂ ਬਣਾਉਣ ਰੂਪ ਵਡਿਆਈ ਸ਼ੋਭਾ ਦੇ ਦੇਵੇ ਅਤੇ ਜੇਕਰ ਭਾਵੈ ਚਾਹੇ ਤਾਂ ਕੈਦਣਾ ਕਰਕੇ ਸਜ਼ਾ ਦੇਣੀ ਕਰੇ। ਜੇ ਤਿਸ ਪਰਮੇਸ਼ਰ ਨੂੰ ਭਾਵੇ ਤਾਂ ਇਹਨਾਂ ਨੂੰ ਆਪਣੇ ਨਾਮ ਦੀ ਵਡਿਆਈ ਦੇ ਦੇਵੇ। ਜੇਕਰ ਚਾਹੇ ਤਾਂ ਇਹਨਾਂ ਦੇ ਕੀਤੇ ਹੋਏ ਕੁਕਰਮਾਂ ਦੀ ਸਜ਼ਾ ਦੇਣ ਲਈ ਨਰਕਾਂ ਵਿੱਚ ਪਾਉਣਾ ਕਰੇ। ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਅਜਿਹੀ ਬਿਪਤਾ ਪੈਣ 'ਤੇ ਜੇਕਰ ਅੱਗੋਂ ਦੇ ਪਹਿਲਾਂ ਤੋਂ ਹੀ ਪਰਮੇਸ਼ਰ ਨੂੰ ਚੇਤੇ ਕੀਤਾ ਜਾਂਦਾ, ਚੇਤੇ ਕਰਦੀਆਂ, ਤਾਂ ਫਿਰ ਕਾਇਤ ਕਿਸ ਵਾਸਤੇ ਸਜ਼ਾ ਮਿਲਦੀ। ਸਾਹਾਂ ਸੁਰਤ ਗਵਾਈਆ ਰੰਗ ਤਮਾਸੈ ਚਾਏ। ਚਾਅ ਉਤਸ਼ਾਹ ਦੇ ਨਾਲ ਰੰਗ ਕੌਤਕ ਕਰਦੇ ਅਤੇ ਤਮਾਸ਼ੇ ਵੇਖਦੇ ਹੋਏ ਏਮਨਾਬਾਦ ਦੇ ਸਾਹਾ ਸ਼ਾਹੂਕਾਰਾਂ ਦੀ ਸੁਰਤ ਹੋਸ਼ ਹੀ ਗਵਾ ਦਿੱਤੀ, ਭਾਵ ਇਤਨੀ ਜ਼ਿਆਦਾ ਕੁੱਟ ਪਈ ਕਿ ਇਹਨਾਂ ਨੂੰ ਆਪਣੇ ਆਪ ਦੀ ਸੁਰਤ ਹੀ ਨਾ ਰਹੀ। ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਇਸ ਪ੍ਰਕਾਰ ਬਾਬਰ ਦੀ ਬਾਣੀ ਹੁੰਦਾ ਦੁਹਾਈ ਸਾਰੇ ਏਮਨਾਬਾਦ ਸ਼ਹਿਰ ਵਿੱਚ ਫਿਰ ਗਈ। ਜੋ ਬਾ ਸਾਥ ਸੰਗ ਰਹਿਣ ਵਾਲਾ ਬਰ ਸ੍ਰੇਸ਼ਟ ਪਰਮੇਸ਼ਰ ਹੈ, ਉਸ ਦੀ ਸਾਰੇ ਬਾਣੀ ਦੁਹਾਈ ਫਿਰ ਗਈ, ਭਾਵ ਸਾਰੇ ਰੱਬ ਦੀ ਦੁਹਾਈ ਦੇ ਰਹੇ ਅਤੇ ਇਤਨੀ ਬਿਪਤਾ ਦੀ ਹਾਲਤ ਹੋ ਗਈ ਕਿ ਨਵਾਬਾਂ ਦੇ ਕੋਇਰ ਸ਼ਹਿਜ਼ਾਦਿਆਂ ਨੂੰ ਖਾਣ ਲਈ ਰੋਟੀ ਵੀ ਨਹੀਂ ਮਿਲੀ, ਕਿਸੇ ਨੂੰ ਵੀ ਖਾਣ ਵਾਸਤੇ ਰੋਟੀ ਦੀ ਬੁਰਕੀ ਨਹੀਂ ਮਿਲੀ। ਇਕ ਨਾ ਵਖਤ ਖੁਆਈ ਹੈ ਇਕ ਨਾ ਪੂਜਾ ਜਾਏ। ਇਕ ਨਾ ਪੂਜਾ ਜਾਏ। ਇੱਕ ਮੁਸਲਮਾਨੀਆਂ ਦੇ ਨਮਾਜ਼ ਅਦਾ ਕਰਨ ਦੇ ਸਮੇਂ ਖੁਆਈਐ ਖੁੰਝ ਰਹੇ ਹਨ ਅਤੇ ਇੱਕ ਹਿੰਦਵਾਣੀਆਂ ਦੇ ਠਾਕੁਰਾਂ ਦੀ ਪੂਜਾ ਕਰਨ ਦਾ ਸਮਾਂ ਵੀ ਵਿਅਰਥ ਜਾ ਰਿਹਾ। ਚੌਕੇ ਵਿਣ ਹਿੰਦਵਾਣੀਆ ਕਿਉ ਟਿੱਕੇ ਕੱਢਹਿ ਨਾਏ। ਕਿਉ ਟਿੱਕੇ ਕੱਢਹਿ ਨਾਏ। ਕਰਮਕਾਂਡੀ ਹਿੰਦਵਾਣੀਆਂ ਜੋ ਹਰ ਰੋਜ਼ ਨਹਾ ਕੇ ਟਿੱਕੇ ਕੱਢਦੀਆਂ ਸਨ, ਪਰ ਅੱਜ ਨਹਾਉਣ ਲਈ ਪਾਣੀ ਨਹੀਂ ਮਿਲਿਆ। ਇਹ ਕਿਵੇਂ ਨਹਾ ਕੇ ਮੱਥੇ ਉੱਪਰ ਟਿੱਕੇ ਤਿਲਕ ਕੱਢਣ ਭਾਵ ਲਾਉਣ। ਸਭ ਚੌਕੇ ਟਿੱਕੇ ਤੋਂ ਵਿਣ ਬਿਨਾਂ ਕੈਦਣਾ ਕੀਤੀਆਂ ਹੋਈਆਂ ਹਨ। ਰਾਮ ਨ ਕਬਹੂ ਚੇਤਿਓ ਹੁਣ ਕਹਿਣ ਨ ਮਿਲੈ ਖੁਦਾਏ। ਪਹਿਲਾਂ ਤਾਂ ਰਾਮ ਪਰਮੇਸ਼ਰ ਦਾ ਨਾਮ ਕਦੇ ਵੀ ਚੇਤਿਓ ਭਾਵ ਨਹੀਂ ਚੇਤੇ ਕੀਤਾ। ਹੁਣ ਕਹਿੰਦੀਆਂ ਹਨ ਕਿ ਹੇ ਖੁਦਾ ਦੇ ਵਾਸਤੇ ਸਾਨੂੰ ਛੱਡ ਦੇਵੋ, ਪਰੰਤੂ ਖੁਦਾ ਦਾ ਵਾਸਤਾ ਪਾਉਣਾ ਵੀ ਨਹੀਂ ਮਿਲਦਾ, ਕਿਉਂਕਿ ਜੇਕਰ ਬੋਲਦੀਆਂ ਹਨ ਤਾਂ ਸਵਾਹ ਆਦਿ ਦੇ ਬੁੱਕ ਭਰ ਕੇ ਮੁੱਖ ਵਿੱਚ ਪਾ ਦਿੰਦੇ ਆ। ਇੱਕ ਘਰ ਆਵਹਿ ਆਪਣੇ ਇੱਕ ਮਿਲ ਪੁੱਛੈ ਸੁਖ। ਜੋ ਬਾਬਰ ਦੇ ਹਮਲੇ ਸਮੇਂ ਏਮਨਾਬਾਦ ਤੋਂ ਬਾਹਰ ਗਏ ਹੋਏ ਸਨ, ਉਹ ਇੱਕ ਆਪਣੇ ਘਰ ਵਿੱਚ ਆਉਂਦੇ ਹਨ ਅਤੇ ਇੱਕ ਲੁਕ ਛਿਪ ਕੇ ਬਚੇ ਸਨ।
ਉਹ ਇੱਕ ਦੂਜੇ ਨੂੰ ਮਿਲ ਮਿਲ ਕੇ ਸੁੱਖ ਸਾਂਦ ਪੁੱਛਦੇ ਆ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁੱਖ। ਹਾਂ, ਇੱਕ ਨਾ ਦਾਤਾ ਧੁਰੋਂ ਮੱਥੇ ਉੱਪਰ ਐਸਾ ਲੇਖ ਹੀ ਲਿਖਿਆ ਹੋਇਆ ਸੀ, ਜੋ ਇੱਕ ਦੂਜੇ ਕੋਲ ਬੈਠ ਬੈਠ ਕੇ ਆਪਣਾ ਦੁੱਖ ਰੋਂਦੇ ਸਨ। ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਾਨੁਖ। ਹਾਂ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਆਖਰ ਜੋ ਤਿਸ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਹੀ ਹੁੰਦਾ ਹੈ। ਮਾਨੁਖ ਆਦਮੀ ਵਿਚਾਰਾ ਕੀ ਹੈ? ਭਾਵ ਕੁਝ ਵੀ ਨਹੀਂ ਹੈ। ਆਸਾ ਮਹੱਲਾ ਪਹਿਲਾ। ਜਿਸ ਵੇਲੇ ਸਤਿਗੁਰੂ ਜੀ ਏਮਨਾਬਾਦ ਦੇ ਸਾਰੇ ਕੈਦੀਆਂ ਨੂੰ ਬਾਬਰ ਦੀ ਕੈਦ ਤੋਂ ਰਿਹਾ ਕਰਕੇ ਲਿਆਏ, ਉਸ ਵੇਲੇ ਜਦੋਂ ਸਾਰਾ ਸ਼ਹਿਰ ਹੀ ਉਜੜਿਆ ਹੋਇਆ ਦੇਖਿਆ, ਤਦੋਂ ਇਹ ਦੂਸਰੀ ਅਸ਼ਟਪਦੀ ਉਚਾਰਨ ਕਰਦੇ ਹਨ। ਕਹਾ ਸੋ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਿਨਾਈ। ਜੋ ਏਮਨਾਬਾਦ ਵਿੱਚ ਕੁਝ ਦਿਨ ਪਹਿਲਾਂ ਰਾਗ ਰੰਗ ਹੋ ਰਿਹਾ ਸੀ, ਉਹ ਖੇਡਾਂ ਭੀੜਾਂ ਅੱਜ ਕਿੱਥੇ ਹਨ? ਘੋੜਿਆਂ ਦੇ ਤਬੇਲੇ ਅਸਤਬਲ ਕਿੱਥੇ ਹਨ? ਅਤੇ ਭੇਰੀ ਨਫੀਰੀ ਨਾਲ ਵਜਾਉਣ ਵਾਲੇ ਨਗਾਰੇ ਤੇ ਸਹਿਨਾਈ ਨਫੀਰੀਆਂ ਆਦਿਕ ਵਾਜੇ ਕਿੱਥੇ ਹਨ? ਕਹਾ ਸੋ ਤੇਗ ਬੰਦ ਗਾਡੇ ਰੜ, ਕਹਾ ਸੋ ਲਾਲ ਕਵਾਈ। ਉਹ ਤੇਗਬੰਦ ਤਲਵਾਰਾਂ ਨੂੰ ਬੰਨਣ ਵਾਲੇ ਖੜਗਧਾਰੀ ਗਾਡੇ ਰੜ ਸੂਰਮੇ ਕਿੱਥੇ ਹਨ? ਗਾਡੇ ਗੱਡੇ ਅਤੇ ਰੜ ਰੱਥ ਭਾਵ ਜੰਗੀ ਗੱਡੇ ਅਤੇ ਰੱਥ ਕਿੱਥੇ ਚਲੇ ਗਏ? ਅਤੇ ਉਹ ਲਾਲ ਕਵਾਈ ਪੁਸ਼ਾਕ ਵਾਲੇ ਵੀਰ ਕਿੱਥੇ ਚਲੇ ਗਏ? ਕਹਾ ਸੋ ਆਰਸੀਆ ਮੋਹ ਬੰਕੇ, ਐਥੈ ਦਿਸਹਿ ਨਾਹੀ। ਕਿੱਥੇ ਗਈਆਂ ਉਹ ਇਸਤਰੀਆਂ ਜੋ ਸ਼ੀਸ਼ਿਆਂ ਵਿੱਚ ਆਪਣੇ ਬੰਕੇ ਸੁੰਦਰ ਮੁਖ ਨੂੰ ਵੇਖਦੀਆਂ ਸਨ? ਅੱਜ ਇੱਥੇ ਇਸ ਥਾਂ ਏਮਨਾਬਾਦ ਵਿੱਚ ਕੁਝ ਵੀ ਦਿਖਦਾ ਨਹੀਂ ਹੈ। ਇਹੋ ਜਗ ਤੇਰਾ ਤੂੰ ਗੋਸਾਈ। ਹੇ ਮਹਾਰਾਜ, ਇਹ ਸਾਰਾ ਜਗਤ ਸੰਸਾਰ ਤੁਹਾਡਾ ਹੈ, ਤੁਸੀਂ ਇਸ ਦੇ ਗੋਸਾਈ ਮਾਲਕ ਹੋ। ਏਕ ਘੜੀ ਮਹਿ ਥਾਪ ਉਥਾਪੇ, ਜਰ ਵੰਡ ਦੇਵੈ ਭਾਈ ਰਹਾਉ। ਹਾਂ, ਇੱਕ ਘੜੀ ਮਾਤਰ ਸਮੇਂ ਵਿੱਚ ਹੀ ਜਗਤ ਨੂੰ ਥਾਪ ਸਥਿਤ ਕਰ ਦਿੰਦੇ ਹੋ, ਫਿਰ ਉਥਾਪੇ ਨਾਸ਼ ਕਰ ਦਿੰਦੇ ਹੋ। ਜੋ ਲੋਧੀਆਂ ਪਠਾਣਾਂ ਦਾ ਖਾਨਦਾਨ ਸਥਿਤ ਸੀ, ਉਸ ਨੂੰ ਨਾਸ਼ ਕਰ ਦਿੱਤਾ ਹੈ। ਜੋ ਜਰ ਧਨ ਦੌਲਤ ਭਾਈ ਭਰਾਵਾਂ ਵਿੱਚ ਵੰਡ ਦਿੰਦੇ ਹੋ, ਭਰਾਵਾਂ ਨੂੰ ਵੰਡ ਅਲੱਗ ਅਲੱਗ ਕਰਕੇ ਉਹਨਾਂ ਦੀ ਮਾਇਆ ਵੀ ਵੰਡ ਦਿੰਦੇ ਹੋ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ। ਕਹਾਂ ਸੋ ਘਰ ਦਰ ਮੰਡਪ ਮਹਿਲਾ, ਕਹਾ ਸੋ ਬੰਕ ਸਰਾਈ। ਉਹ ਸੋਹਣੇ ਘਰ ਦਰ ਦਰਵਾਜ਼ੇ ਮੰਡਪ ਮੰਦਰ ਅਤੇ ਮਹੱਲਾ ਕੀ ਇਸਤਰੀਆਂ ਕਹਾਂ ਕਿੱਥੇ ਹਨ? ਉਹ ਬੰਕ ਸੁੰਦਰ ਸਰਾਈ ਸਰਾਵਾਂ ਮੁਸਾਫਰ ਖਾਨੇ ਕਿੱਥੇ ਗਏ ਹਨ? ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨ ਪਾਈ। ਉਹ ਸੇਜਾ ਦਾ ਸੁਖਾਲੀ ਸੁੱਖ ਦੇਣ ਵਾਲੀ ਕਾਮਣ ਇਸਤਰੀ ਕਿੱਥੇ ਹੈ, ਜਿਸ ਦੀ ਸੁੰਦਰਤਾ ਦੇਖ ਕੇ ਪਠਾਣਾਂ ਨੂੰ ਨੀਂਦ ਨਹੀਂ ਪੈਂਦੀ ਸੀ? ਕਹਾ ਸੋ ਪਾਨ ਤੰਬੋਲੀ ਹਰਮਾ, ਹੋਈਆ ਸ਼ਾਈ ਮਾਈ। ਹਾਂ, ਉਹ ਪਾਨ ਅਤੇ ਤੰਬੋਲੀ ਪਾਨਾਂ ਦੇ ਬੀੜੇ ਦੇਣ ਵਾਲੀਆਂ ਹਰਮਾ ਹੁੰਦਾ ਇਸਤਰੀਆਂ ਕਿੱਥੇ ਗਈਆਂ? ਭਾਵ ਉਹ ਸਭ ਤਾਂ ਸ਼ਾਈ ਮਾਈ ਛਾਊ ਮਾਈ ਹੋ ਗਈਆਂ, ਸ਼ਾਈ ਮਾਈ ਛਾਂ ਵਾਂਗੂ ਲੋਪ ਹੋ ਗਈਆਂ। ਇਸ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ। ਇਸ ਜਰ ਦੌਲਤ ਦੇ ਕਾਰਨ ਵਾਸਤੇ ਘਣੀ ਬਹੁਤੀ ਦੁਨੀਆ ਵਿਗੁੱਤੀ ਖਰਾਬ ਹੋਈ ਆ। ਇਸ ਦਾ ਜਰ ਦੌਲਤ ਨੇ ਹੀ ਘਣੀ ਬਹੁਤੀ ਦੁਨੀਆ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਵੱਲੋਂ ਖੁਆਈ ਖੁੰਝਾ ਦਿੱਤੀ ਆ, ਭੁਲਾ ਦਿੱਤੀ ਆ। ਪਾਪਾ ਬਾਝੋ ਹੋਵੈ ਨਾਹੀ, ਮੋਇਆ ਸਾਥ ਨ ਜਾਈ। ਇਹ ਦੌਲਤ ਪਾਪਾਂ ਮੰਦ ਕਰਮ ਕੀਤੇ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਅਤੇ ਮੋਇਆ ਮਰਿਆ ਹੋਇਆਂ ਦੇ ਸਾਥ ਵੀ ਨਹੀਂ ਜਾਂਦੀ। ਜਿਸ ਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ। ਜਿਸ ਪੁਰਸ਼ ਨੂੰ ਕਰਤਾ ਪੁਰਖ ਕਰਤਾਰ ਵਾਹਿਗੁਰੂ ਆਪ ਆਪਣੇ ਵੱਲੋਂ ਭੁਲਾਉਣਾ ਕਰੇ, ਉਸ ਕੋਲੋਂ ਪਹਿਲਾਂ ਚੰਗਿਆਈ ਚੰਗੇ ਕਰਮ ਖੋਹ ਲੈਂਦਾ। ਕੋਟੀ ਹੂ ਪੀਰ ਵਰਜ ਰਹਾਏ, ਜਾ ਮੀਰ ਸੁਣਿਆ ਧਾਇਆ।
ਜਿਸ ਵੇਲੇ ਪਠਾਣਾਂ ਨੇ ਮੀਰ ਬਾਦਸ਼ਾਹ ਬਾਬਰ ਦਾ ਹਿੰਦ ਉੱਪਰ ਧੌਣਾ ਭਾਵ ਧਾਵਾ ਸੁਣਨਾ ਕੀਤਾ, ਤਦੋਂ ਏਮਨਾਬਾਦ ਦੇ ਕਰੋੜਾਂ ਹੀ ਪੀਰਾਂ ਨੇ ਆਪਣੀਆਂ ਕਰਾਮਾਤਾਂ ਸ਼ਕਤੀਆਂ ਆਦਿ ਲਾਉਣੀਆਂ ਕੀਤੀਆਂ ਕਿ ਬਾਬਰ ਆਪਣੇ ਦੇਸ਼ ਵਿੱਚ ਹੀ ਰੁਕਿਆ ਰਵੇ। ਉਸ ਵਾਹਿਗੁਰੂ ਨੇ ਕਰੋੜਾਂ ਹੀ ਪੀਰ ਵਰਜ ਰੱਖੇ, ਉਹਨਾਂ ਦੀ ਕੋਈ ਵੀ ਕਰਾਮਾਤ ਨਹੀਂ ਚੱਲਣ ਦਿੱਤੀ। ਥਾਨ ਮੁਕਾਮ ਜਲੇ ਬਿਜ ਮੰਦਰ, ਮੁਸ਼ ਮੁਸ਼ ਕੋਇਰ ਰੁਲਾਇਆ। ਜਦ ਬਾਬਰ ਚੜ੍ਹ ਕੇ ਆਇਆ ਤਾਂ ਉਸ ਦੇ ਅਤਿਆਚਾਰ ਕਰਕੇ ਹਿੰਦੂਆਂ ਦੇ ਦੇਵ ਸਥਾਨ, ਮੁਸਲਮਾਨਾਂ ਦੇ ਮੁਕਾਮ ਤਕੀਏ ਅਤੇ ਪਠਾਣਾਂ ਦੇ ਬਿਜ ਮੰਦਰ, ਪੱਕੇ ਮਹੱਲ ਸਭ ਅੱਗ ਨਾਲ ਜਲੇ ਸੜੇ ਸੜ ਗਏ ਅਤੇ ਕੋਇਰ ਸ਼ਹਿਜ਼ਾਦਿਆਂ ਨੂੰ ਮੁੱਛ ਦਾ ਟੁਕੜੇ ਟੁਕੜੇ ਕਰਕੇ ਮਿੱਟੀ ਵਿੱਚ ਰੁਲਾ ਦਿੱਤਾ। ਕੋਈ ਮੁਗਲ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ। ਜੋ ਏਮਨਾਬਾਦ ਦੇ ਪੀਰ ਫਕੀਰ ਪਠਾਣਾਂ ਨੂੰ ਕਹਿੰਦੇ ਸਨ ਕਿ ਤੁਸੀਂ ਅੱਗੇ ਹੋ ਕੇ ਜੰਗ ਕਰੋ, ਅਸੀਂ ਆਪਣੇ ਜੰਤਰਾਂ ਮੰਤਰਾਂ ਨਾਲ ਬਾਬਰ ਨੂੰ ਫੂਕ ਦਿਆਂਗੇ, ਉਸ ਦੇ ਸਿਪਾਹੀਆਂ ਨੂੰ ਅੰਨ੍ਹੇ ਕਰ ਦੇਵਾਂਗੇ, ਪਰੰਤੂ ਉਹਨਾਂ ਮੁਗਲਾਂ ਵਿੱਚੋਂ ਕੋਈ ਵੀ ਮੁਗਲ ਅੰਨ੍ਹਾ ਨਹੀਂ ਹੋਇਆ ਅਤੇ ਨਾ ਹੀ ਕਿਸੇ ਪੀਰ ਨੇ ਕਰਾਮਾਤ ਦਾ ਪਰਚਾ ਹੁੰਦਾ ਪਰਤਾਵਾ ਲਾਉਣਾ ਕੀਤਾ। ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ। ਜਦੋਂ ਮੁਗਲ ਬਾਬਰ ਅਤੇ ਪਠਾਣਾਂ ਦੀ ਆਪਸ ਵਿੱਚ ਲੜਾਈ ਹੋਈ, ਰਣ ਜੰਗ ਦੇ ਵਿੱਚ ਯੋਧਿਆਂ ਦੀ ਆਪਸ ਵਿੱਚ ਤਲਵਾਰ ਵਗੀ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਉਹਨਾਂ ਮੁਗਲਾਂ ਨੇ ਤੁਪਕ ਬੰਦੂਕਾਂ ਨੂੰ ਤਾਣ ਖਿੱਚ ਕੇ ਭਾਵ ਨਿਸ਼ਾਨੇ ਵਿੰਨ ਕੇ ਚਲਾਉਣਾ ਕੀਤੀਆਂ। ਅੱਗੋਂ ਪਠਾਣਾਂ ਨੇ ਆਪਣੇ ਹਸਤ ਹਾਥੀਆਂ ਦੀਆਂ ਸੈਨਾ ਨੂੰ ਉਹਨਾਂ ਮੁਗਲਾਂ ਉੱਪਰ ਚੜਾਈ ਅੰਕਸ ਮਾਰ ਕੇ ਪ੍ਰੇਰੀ ਭਾਵ ਅੱਗੇ ਵਧਾਏ। ਪਠਾਣਾਂ ਨੇ ਹਾਥੀਆਂ ਉੱਪਰ ਤੋਪ ਚੜਾਈ, ਜੋ ਹੱਥ ਵਿੱਚ ਹੀ ਚਿੜ ਤੇ ਹਾਥੀ ਵੀ ਨਾਲ ਹੀ ਮਰ ਗਏ, ਭਾਵ ਹੱਥ 'ਚ ਚੱਲ ਗਈਆਂ। ਉਹਨਾਂ ਪਠਾਣਾਂ ਨੇ ਹਾਥੀਆਂ ਨਾਲ ਚੜਾਈ ਕੀਤੀ। ਜਿਨ ਕੀ ਚੀਰੀ ਦਰਗਹਿ ਫਾਟੀ, ਤਿਨਾ ਮਰਣਾ ਭਾਈ। ਹਾਂ, ਇਹ ਸਤਿਗੁਰੂ ਫਰਮਾਉਂਦੇ ਹਨ, ਹੇ ਭਰਾਵੋ, ਜਿਨ੍ਹਾਂ ਦੀ ਜ਼ਿੰਦਗੀ ਰੂਪ ਚਿੱਠੀ ਦਰਗਾਹ ਤੋਂ ਪਰਮੇਸ਼ਰ ਨੇ ਹੀ ਪਾੜ ਦਿੱਤੀ ਹੈ, ਭਾਵ ਫਟ ਗਈ ਹੈ, ਉਹਨਾਂ ਨੇ ਤਾਂ ਮਰਨਾ ਹੀ ਸੀ। ਇੱਕ ਹਿੰਦਵਾਣੀ ਅਵਰ ਤੁਰਕਾਣੀ, ਭਟਿਆਣੀ ਠਕੁਰਾਣੀ। ਇੱਕ ਹਿੰਦੂਆਂ ਦੇ ਘਰ ਵਾਲੀਆਂ ਤੇ ਅਵਰ ਹੋਰ ਤੁਰਕਾਣੀ, ਤੁਰਕਾਂ ਦੇ ਘਰ ਵਾਲੀਆਂ ਮੁਸਲਮਾਨੀਆਂ। ਭਟਿਆਣੀ ਭੱਟਾਂ ਦੀਆਂ ਇਸਤਰੀਆਂ, ਠਕੁਰਾਣੀ ਠਾਕੁਰ ਰਾਜਪੂਤ ਦੀਆਂ ਇਸਤਰੀਆਂ ਸਨ। ਇੱਕ ਨਾ ਪੇਰਣ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ। ਇਹਨਾਂ ਵਿੱਚੋਂ ਇੱਕ ਨਾ ਕਈਆਂ ਦੇ ਸਿਰ ਤੋਂ ਖੁਰ ਪੈਰਾਂ ਤੱਕ ਪੇਰਣ ਲਿਬਾਸ ਪਾੜ ਦਿੱਤੇ, ਭਾਵ ਬੇਪਰਦ ਕਰ ਦਿੱਤਾ, ਅਤੇ ਇੱਕ ਨਾ ਕਈਆਂ ਦਾ ਮਸਾਣੀ ਮੜੀਆਂ ਵਿੱਚ ਵਾਸਾ ਕਰ ਦਿੱਤਾ, ਭਾਵ ਜਾਨੋਂ ਹੀ ਮਾਰ ਦਿੱਤਾ। ਜਿਨ ਕੇ ਬੰਕੇ ਘਰੀ ਨ ਆਇਆ, ਤਿਨ ਕਿਉ ਰੈਣ ਵਿਹਾਣੀ। ਹਾਂ, ਜਿਨ੍ਹਾਂ ਦੇ ਬੰਕੇ ਸੁੰਦਰ ਨੌਜਵਾਨ ਪਤੀ ਜੰਗ ਵਿੱਚ ਗਏ ਸਨ, ਪਰੰਤੂ ਉਹਨਾਂ ਵਿੱਚੋਂ ਮੁੜ ਕੇ ਘਰ ਵਿੱਚ ਇੱਕ ਵੀ ਨਹੀਂ ਆਇਆ, ਸਾਰੇ ਦੇ ਸਾਰੇ ਜੰਗ ਦੇ ਲੇਖੇ ਲੱਗ ਗਏ। ਇਹਨਾਂ ਇਸਤਰੀਆਂ ਦੀ ਰਹਿਣ ਰਾਤ ਕਿਵੇਂ ਵਿਹਾਣੀ ਬਤੀਤ ਹੁੰਦੀ, ਭਾਵ ਉਹਨਾਂ ਨੇ ਤਾਂ ਰੋ ਰੋ ਕੇ ਹੀ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ, ਹੋਰ ਉਹਨਾਂ ਦੀ ਰਾਤ ਕੀ ਬਤੀਤ ਹੋਣੀ ਸੀ। ਆਪੇ ਕਰੇ ਕਰਾਏ ਕਰਤਾ, ਕਿਸਨੋਂ ਆਖ ਸੁਣਾਈਐ। ਹੇ ਭਾਈਓ, ਕਰਤਾ ਕਰਨਹਾਰ ਪਰਮੇਸ਼ਰ ਵਾਹਿਗੁਰੂ ਆਪ ਹੀ ਸਭ ਕੁਝ ਕਰਦਾ ਹੈ ਅਤੇ ਕਰਾਉਂਦਾ ਹੈ, ਫਿਰ ਉਸ ਤੋਂ ਬਿਨਾਂ ਹੋਰ ਕਿਸ ਨੂੰ ਜਾ ਕੇ ਮੂੰਹ ਦੁਆਰਾ ਕਹਿ ਕੇ ਦੁੱਖ ਸੁਣਾਉਣਾ ਕਰੀਏ। ਦੁੱਖ ਸੁਖ ਤੇਰੇ ਭਾਣੈ ਹੋਵੈ, ਕਿਸ ਥੈ ਜਾਇ ਰੂ ਆਈਐ। ਹੇ ਮਹਾਰਾਜ, ਤੁਹਾਡੇ ਭਾਣੇ ਹੁਕਮ ਰਜਾ ਵਿੱਚ ਹੀ ਮੰਦ ਕਰਮੀਆਂ ਨੂੰ ਦੁੱਖ ਕਸ਼ਟ, ਸ਼ੁਭ ਕਰਮ ਕਰਨ ਵਾਲਿਆਂ ਨੂੰ ਸੁੱਖ ਪ੍ਰਾਪਤ ਹੁੰਦਾ। ਫਿਰ ਆਪ ਤੋਂ ਬਿਨਾਂ ਕਿਸ ਥਾਂ ਜਾ ਕੇ ਰੋਣਾ ਕਰੀਏ, ਫਰਿਆਦ ਕਰੀਏ, ਅਰਥਾਤ ਤੁਹਾਡੇ ਅੱਗੇ ਹੀ ਫਰਿਆਦ ਕਰਨੀ ਬਣਦੀ ਹੈ। ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਉਹ ਹੁਕਮੀ ਹੁਕਮ ਕਰਨ ਵਾਲਾ ਪਰਮੇਸ਼ਰ ਆਪਣੇ ਹੁਕਮ ਦੁਆਰਾ ਹੀ ਜੀਵਾਂ ਨੂੰ ਚਲਾਉਂਦਾ ਹੈ ਅਤੇ ਆਪ ਹੀ ਜੀਵਾਂ ਦੀਆਂ ਕਰਨੀਆਂ ਕਰਤੂਤਾਂ ਨੂੰ ਵੇਖ ਕੇ ਵਿਗਸੈ ਪ੍ਰਸੰਨ ਹੁੰਦਾ। ਇਉਂ ਜਿਹੋ ਜਿਹਾ ਕਰਮ ਲਿਖਿਆ ਹੋਇਆ ਹੈ, ਜੀਵ ਉਹੋ ਜਿਹਾ ਫਲ ਪ੍ਰਾਪਤ ਕਰਦੇ ਹਨ। ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।